ਸਤਿ ਸ਼੍ਰੀ ਅਕਾਲ, ਮੈਂ ਹਾਂ ਪੰਕਜ ਕਪਾਹੀ। ਤੁਸੀਂ ਦੇਖ ਰਹੇ ਹੋ ਨਿਊਜ਼ 18 ਪੰਜਾਬ। ਅੱਜ ਤੁਹਾਨੂੰ ਰੂਬਰੂ ਕਰਵਾਵਾਂਗੇ 70 ਸਾਲ ਦੇ ਜਵਾਨ ਜੱਟ ਸਨੀ ਦਿਓਲ ਹੋਰਾਂ ਦੇ ਨਾਲ, ਜਿਹੜੇ ਨਵੀਂ ਫਿਲਮ ਲੈ ਕੇ ਆ ਰਹੇ ਨੇ ਜਾਟ। ਸਨੀ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਥੈਂਕ ਯੂ ਜੀ, ਬਹੁਤ ਬਹੁਤ ਤੁਹਾਨੂੰ ਵੀ। ਤੇ ਮੈਂ ਹਲੇ 70 ਦਾ ਹੋਇਆ ਨਹੀਂ, ਤਾਂ ਹਲੇ ਮੈਨੂੰ ਪਹੁੰਚਣ ਤੋਂ ਪਹਿਲਾਂ ਉੱਥੇ 1 ਸਾਲ ਬਚਿਆ, ਮੈਂ ਕਿਹਾ 70 ਕਹਿ ਦਈਏ। ਹਲੇ ਵੀ 2 ਸਾਲ ਬਚੇ, 2-3 ਸਾਲ ਬਚੇ ਆ। ਇਹ ਤਾਂ ਉਹੀ ਕੰਮ ਹੋਇਆ ਨਾ, ਜਿਵੇਂ ਕੁੜੀਆਂ ਨੂੰ ਉਮਰ ਨਹੀਂ ਪੁੱਛੀ ਦੀ। ਕਹਿੰਦਾ ਕਿ ਸਨੀ ਭਾਈ ਕਹਿੰਦੇ ਉਮਰ ਨਾ ਦੱਸੋ, ਅਜੇ ਤਾਂ ਦਾੜੀ ਪੂਰੀ ਕਾਲੀ ਹੈ। ਨਹੀਂ, ਗੱਲ ਉਹ ਨਹੀਂ ਹੈ। ਗੱਲ ਇਹ ਹੈ ਕਿ ਉਮਰ ਦਾ ਜ਼ਿਕਰ ਕਰਦੇ ਰਹਿੰਦੇ ਆਪਾਂ 24 ਘੰਟੇ, ਲੇਕਿਨ ਬੰਦੇ ਨੂੰ ਕਦੀ ਪਤਾ ਨਹੀਂ ਹੁੰਦਾ ਉਹਦੀ ਉਮਰ ਕੀ ਹੈ, ਜਦ ਤਾਈਂ ਉਹਨੂੰ ਐਕਚੁਅਲੀ ਮਹਿਸੂਸ ਕਰਨ ਲੱਗੇ। ਤੇ ਅਸੀਂ ਐਕਟਰ ਹਾਂ, ਤੇ ਹੁਣ ਵੀ ਮੈਂ ਜੋ ਕੁਝ ਵੀ ਕਰ ਰਿਹਾ ਫਿਲਮਾਂ ਦੇ ਵਿੱਚ, ਮੇਰੇ ਨਾਲ ਮੇਰੇ ਯੰਗ ਕਲੀਗਸ ਹਨ, ਲੇਕਿਨ ਜੋ ਵੀ ਉਹ ਕਰਦੇ ਆ ਉਹ ਤਾਂ ਬਲਕਿ ਹੋਰ ਅੱਗੇ बढ़ ਕੇ ਮੈਂ ਕਰ ਲੈਣਾ। ਤਾਂ ਮੈਨੂੰ ਪਤਾ ਨਹੀਂ ਮੇਰੀ ਉਮਰ ਕੀ ਹੈ। ਟਾਈਮ ਇੰਨੀ ਤੇਜ਼ੀ ਨਾਲ ਦੌੜ ਗਿਆ ਕਿ ਪਤਾ ਹੀ ਨਹੀਂ ਚੱਲਿਆ, ਇੰਨੇ ਸਾਲ ਨਿਕਲ ਗਏ। ਲੇਕਿਨ ਤੁਹਾਡੀ ਜਿਹੜੀ ਫਿਟਨੈਸ ਹੈ ਉਹ ਅੱਜ ਵੀ ਲੱਗਦੀ ਹੈ ਕਿ ਉਹ ਜੱਟ ਖੜਾ ਹੈ ਜਿਹੜਾ ਨਲਕਾ ਵੀ ਪੱਟ ਲੈਂਦਾ, ਹੁਣ ਤਾਂ ਪੱਖਾ ਪੱਟ ਕੇ ਲਾਇਆ। ਸਾਡਾ DNA ਹੈ, ਪਾਪਾ ਤੋਂ ਸ਼ੁਰੂ ਹੋਈ ਹੈ। ਬੌਜੀ ਸਾਡੇ ਸੀ, ਗ੍ਰੇਟ ਗ੍ਰੈਂਡਫਾਦਰ ਸਾਰੇ, ਬਸ ਉਹੀ। ਐਂਡ ਆਫ ਦ ਡੇ ਗੱਲ ਤਾਂ ਉੱਥੇ ਹੀ ਆ ਜਾਂਦੀ ਹੈ, ਆਪਣਾ DNA ਕੀ ਹੈ। ਬਾਕੀ ਓਬਵੀਅਸਲੀ ਹਰ ਬੰਦਾ ਆਪਣੇ ਆਪ ਨੂੰ ਕਿੱਦਾਂ ਫਿਟ ਰੱਖਦਾ। ਕਿਉਂਕਿ ਭਲਵਾਨ ਹੋ ਤੁਸੀਂ, ਕਹਿੰਦੇ ਜਿਮ ਨਹੀਂ ਸਨੀ ਦਿਓਲ ਕਦੀ ਵੀ ਛੱਡਦੇ ਹੋ, ਦੇਸੀ ਜਿਮ ਰੱਖਿਆ। ਜੇ ਕਿਤੇ ਮਨਾਲੀ ਜਾਣਾ ਹੈ, ਪੰਜਾਬ ਆਣਾ, ਟਰੱਕ ਭਰ ਕੇ ਜਿਮ ਦਾ ਸਾਰਾ ਸਮਾਨ ਆ ਜਾਂਦਾ। ਉਹੀ 30 ਸਾਲ 40 ਸਾਲ ਪੁਰਾਣਾ ਦੋਸਤ ਹੈ ਤੁਹਾਡਾ, ਜਿਹੜਾ ਤੁਹਾਨੂੰ ਜਿਮ ਦੀ ਟ੍ਰੇਨਿੰਗ ਵੀ ਕਰਾਉਂਦਾ। ਹਾਂ, ਮੈਂ ਇੰਨੇ ਸਾਲਾਂ ਤੋਂ ਇਦਾਂ ਹੀ ਕਰਦਾ ਆ ਰਿਹਾ, ਕਿਉਂਕਿ ਫਿਟਨੈਸ ਮੇਰੀ ਹਮੇਸ਼ਾ ਰਹੀ ਹੈ। ਇਹ ਨਹੀਂ ਕਿ ਮੈਂ ਕੋਈ ਡੋਲਿਸ਼ ਵਾਲੇ ਉੱਦਾਂ ਦੇ ਬਣਾਣੇ ਬੋਡੀ ਬਿਲਡਰ ਦੀ ਗੱਲ ਨਹੀਂ ਕਰਦਾ ਮੈਂ, ਲੇਕਿਨ ਜਦ ਵੀ ਮੈਂ ਵਰਜਿਸ਼ ਕਰਦਾ ਉਹਨੂੰ ਮਜ਼ਾ ਆਉਂਦਾ ਕਰਦੇ ਹੋਏ, ਤੇ ਉਸ ਹਿਸਾਬ ਨਾਲ ਕਰਦਾ ਹੁੰਦਾ। ਤੇ ਸ਼ੁਰੂ ਤੋਂ ਵੀ ਮੈਨੂੰ ਖੇਲਾਂ 'ਚ ਹੀ ਜ਼ਿਆਦਾ ਸ਼ੌਕ ਸੀਗਾ। ਪੜ੍ਹਾਈ 'ਚ ਮੈਂ ਜਰਾ ਜਿਵੇਂ ਕਹਿੰਦੇ ਡਫਰ ਸੀ, ਕਹਿੰਦੇ ਹੁੰਦੇ ਆ, ਕਿਉਂਕਿ ਪੜ੍ਹਾਈ ਇੰਨੀ ਹੋ ਨਹੀਂ ਪਾਉਂਦੀ ਸੀ, ਪਾਸ ਹੋ ਜਾਂਦੇ ਸੀ, ਜੁੱਤੀਆਂ ਪੈਂਦੀਆਂ ਰਹਿੰਦੀਆਂ ਸੀਗੀਆਂ। ਕਹਿੰਦੇ ਜਿਹੜੇ ਪੜ੍ਹਾਈ 'ਚ ਜ਼ਿਆਦਾ ਵਧੀਆ ਨਾ ਹੋਣ ਨਾ, ਜਾਂ ਤਾਂ ਪੱਤਰਕਾਰ ਬਣ ਜਾਂਦੇ ਆ ਜਾਂ ਹੀਰੋ ਬਣ ਜਾਂਦੇ ਆ। ਚਲੋ, ਤੇ ਸਨੀ ਦਿਓਲ ਵੀ ਕਹਿੰਦੇ ਬੈਕ ਬੈਂਚਰ ਸੀ, ਮੁਸ਼ਕਲ ਨਾਲ ਹੀ 35-40 ਨੰਬਰ ਆਉਂਦੇ ਸੀਗੇ। ਹਾਂ, ਬਸ ਉਹ ਤਾਂ ਜ਼ਿਆਦਾ ਚਾਹੀਦਾ ਹੀ ਨਹੀਂ ਹੈ। ਹਾਂ, ਕਿੰਨੇ ਨੰਬਰ ਆਉਂਦੇ ਸੀ? ਹਾਂ, ਬਸ 35 ਦੇ ਕੋਲ ਆ ਜਾਂਦੇ ਸੀ। ਤੇ ਫਿਰ ਧਰਮਿੰਦਰ ਭਾਜੀ ਜੁੱਤੀ ਲਾਉਂਦੇ ਸੀ ਜਾਂ ਕਹਿੰਦੇ ਸੀ ਠੀਕ ਹੈ? ਨਹੀਂ, ਉਸ ਜ਼ਮਾਨਾ ਇਦਾਂ ਦਾ ਸੀਗਾ ਜਦ ਆਪਣੇ ਪਿਓ ਇੰਨਾ ਕੰਮ ਕਰਦੇ ਹੁੰਦੇ ਸੀਗੇ ਕਿ ਉਹਨਾਂ ਨੂੰ ਪਤਾ ਨਹੀਂ ਹੁੰਦਾ ਸੀ ਘਰ ਕੀ ਹੋ ਰਿਹਾ ਹੈ। ਉਹ ਜ਼ਮਾਨਾ ਉਦਾਂ ਦਾ ਸੀ। ਘਰ ਮਾਂ ਤੇ ਬਾਕੀ ਜੋ ਆਪਣੇ ਰਿਸ਼ਤੇਦਾਰ ਹੁੰਦੇ ਸੀ, ਬੀਜੀ ਹੁੰਦੇ ਸੀ, ਤੇ ਉਹਨਾਂ ਦੇ ਨਾਲ ਹੀ ਜ਼ਿਆਦਾ ਵਕਤ ਗੁਜ਼ਰਦਾ ਹੁੰਦਾ ਸੀਗਾ। ਤੇ ਉਹ ਡਰਾਉਂਦੇ ਰਹਿੰਦੇ ਸੀ, ਡਰਦੇ ਰਹਿੰਦੇ ਸੀ ਅਸੀਂ ਕਿ ਪਾਪਾ ਨੂੰ ਪਤਾ ਚੱਲ ਜੂ, ਪਰ ਕਦੀ ਦੱਸਿਆ ਨਹੀਂ ਉਹਨਾਂ ਨੇ, ਪਰ ਡਰਾ ਕੇ ਜ਼ਰੂਰ ਰੱਖਿਆ। ਕੁੱਟ ਪਈ? ਕੁੱਟ ਪਾਪਾ ਤੋਂ ਪਈ ਬਹੁਤ ਸਾਲ ਬਾਅਦ, ਇੱਕ ਦਫਾ ਪਈ ਸੀ, ਕੋਈ ਗਲਤੀ ਹੋ ਗਈ ਸੀ। ਤੇ ਫਿਰ ਕੁੱਟ ਜਦ ਪਈ ਤਾਂ ਉਹਨਾਂ ਦੇ ਹੱਥ ਇੰਨੇ ਬੜੇ ਹੈ ਕਿ ਸਿਰਫ 3 ਉਂਗਲੀਆਂ ਮੇਰੀ ਇੱਥੇ ਫਿਕਸ ਹੋਈਆਂ, ਬਾਕੀ ਪਤਾ ਨਹੀਂ ਕਿੱਥੇ ਗਈਆਂ। ਕਿਸ ਗੱਲ ਤੇ ਕੁੱਟ ਪਈ ਸੀ? ਸ਼ਰਾਰਤ ਸੀ ਕੋਈ, ਹੁਣ ਉਹਦੇ ਬਾਰੇ ਜ਼ਿਕਰ ਕਰਨ ਦਾ ਕੋਈ ਮਜ਼ਾ ਨਹੀਂ ਹੈ। ਕੁੜੀ ਤਾਂ ਨਹੀਂ ਛੇੜੀ ਸੀ? ਹਾਂ, ਕੁੜੀ ਤਾਂ ਨਹੀਂ ਛੇੜੀ ਸੀ? ਕੁੜੀ ਛੇੜੀ ਹੁੰਦੀ ਤਾਂ ਹੋਰ ਕੁੱਟਣਾ ਸੀ। ਜ਼ਿਆਦਾ ਕੁੱਟ ਘਰੇ ਕਿਹਨੂੰ ਪੈਂਦੀ ਸੀ, ਤੁਹਾਨੂੰ ਜਾਂ? ਮੈਂ ਬਹੁਤ ਬੜਾ ਸੀ ਨਾ ਸਾਰਿਆਂ ਤੋਂ। ਬੌਬੀ ਤਾਂ ਮੇਰੀ ਉਮਰ 'ਚ, ਸਾਡੇ ਦੋਨਾਂ ਦੀ ਉਮਰ 'ਚ ਕਾਫੀ ਫਰਕ ਹੈ। ਤੇ ਜਿਨ੍ਹਾਂ ਨੇ ਵੀ ਜਿੰਨੇ ਵੀ ਆਪਣੇ ਰਿਸ਼ਤੇਦਾਰ ਹੁੰਦੇ ਸੀ, ਇਕੱਠੇ ਰਹਿੰਦੇ ਸੀ ਅਸੀਂ ਸਾਰੇ। ਜਿਹਨੇ ਵੀ ਆਪਣਾ ਹੱਥ ਸਾਫ਼ ਕਰਨਾ ਸੀ ਮੇਰੇ ਤੇ ਹੀ ਹੁੰਦਾ ਸੀਗਾ, ਕਿਉਂਕਿ ਪਰ ਮੈਂ ਵੀ ਸ਼ਰਾਰਤੀ ਸੀ। ਪਹਿਲਾ ਇਸ਼ਕ ਕਦੋਂ ਹੋਇਆ ਸੀ? ਪਹਿਲੀ ਮੁਹੱਬਤ ਸਕੂਲ 'ਚ ਹੋਈ ਸੀ? ਦੂਜਾ ਇਸ਼ਕ, ਤੀਜਾ ਇਸ਼ਕ, ਇਹਦੇ ਬਾਰੇ ਹੁਣ ਕਰਨਾ ਬੜਾ ਔਖਾ ਹੋ ਜਾਂਦਾ ਹੈ। ਪਹਿਲਾ ਹੋਇਆ ਸੀ ਸਕੂਲ 'ਚ ਹੀ ਹੋਇਆ ਸੀ। ਫੇਲ ਹੋ ਗਏ? ਹਾਂ, ਫੇਲ ਹੋ ਗਏ? ਨਹੀਂ, ਫੇਲ ਤਾਂ ਨਹੀਂ ਹੋਏ ਸੀ, ਪਰ ਸੰਗਦੇ ਬਹੁਤ ਸੀ, ਹੋਰ ਕੁਝ ਨਹੀਂ। ਨਹੀਂ, ਉਹਨੂੰ ਪ੍ਰਪੋਜ਼ ਕਰਤਾ ਸੀ? ਪ੍ਰਪੋਜ਼ ਤਾਂ ਓਬਵੀਅਸਲੀ, ਪ੍ਰਪੋਜ਼ ਵਿਆਹ ਦਾ ਥੋੜੀ ਨਾ ਕਰਦੇ ਉਸ ਵੇਲੇ। ਪ੍ਰਪੋਜ਼ ਇਹਦੇ ਪਿਆਰ ਦਾ ਕਰਦੇ। ਉਹ ਪ੍ਰਪੋਜ਼ ਕਰਕੇ ਤਾਂ ਗੱਲ ਅੱਗੇ बढ़ਦੀ ਹੈ, ਨਹੀਂ ਤਾਂ ਮੰਨ ਗਈ? ਹਾਂ, ਮੰਨ ਗਈ ਸੀ। ਫਿਰ ਕਿਵੇਂ ਦਿਲ ਕਿਵੇਂ ਟੁੱਟਿਆ? ਫਿਰ ਦਿਲ ਨਹੀਂ ਟੁੱਟਿਆ, ਅੱਗੇ बढ़ਦੇ ਗਏ ਸੀ। ਦਿਲ ਟੁੱਟਿਆ ਕਦੀ? ਦਿਲ ਏਦਾਂ ਟੁੱਟਿਆ ਨਹੀਂ ਕਦੀ, ਏਦਾਂ ਨਹੀਂ ਟੁੱਟਿਆ ਕਦੀ ਦਿਲ ਟੁੱਟਾ ਹੋਵੇ? ਕਈ ਵਾਰ ਹੁੰਦਾ ਨਾ ਕਿ ਸਕੂਲ ਦੀ ਜਾਂ ਕਾਲਜ ਦੀ ਉਹ ਸਹੇਲੀ, ਹਾਂ, ਕਈ ਵਾਰ ਯਾਦ ਆਉਂਦੀ। ਏਦਾਂ ਕਦੀ ਨਹੀਂ ਹੋਇਆ, ਰੱਬ ਦੀ ਮਿਹਰ ਹੈ। ਇਹ ਹੋਇਆ ਨਹੀਂ ਹੈ, ਦੱਸਣਾ ਨਹੀਂ, ਕਿਉਂਕਿ ਮੈਨੂੰ ਲੱਗਾ ਅੱਖਾਂ ਸਾਹਮਣੇ ਇਮੇਜਿਨੇਸ਼ਨ ਆਣੀ ਸ਼ੁਰੂ ਹੋ ਗਈ ਹੈ। ਨਾ, ਜੇ ਹੋਇਆ ਹੁੰਦਾ ਮੈਨੂੰ ਇਹਦੇ 'ਚ ਕਿਹੜੀ ਗੱਲ ਹੈ ਨਾ ਦੱਸਣ ਦੀ, ਨਾ ਦੱਸਾਂ ਮੈਂ, ਏਦਾਂ ਦੀ ਕੋਈ ਗੱਲ ਨਹੀਂ। ਤੁਹਾਡੀ ਫਿਟਨੈਸ, ਕਿਉਂਕਿ ਜਿਮ ਤਾਂ ਤੁਸੀਂ ਕਰਦੇ ਹੋ, ਖਾਣਾ ਕੀ ਹੈ ਤੁਹਾਡਾ? ਮਤਲਬ ਤੁਸੀਂ ਡਾਈਟ ਕੀ ਹੈ ਤੁਹਾਡੀ? ਕਿਉਂਕਿ ਪੰਜਾਬੀ ਤਾਂ ਕਹਿੰਦੇ ਪਰਾਂਠੇ ਖਾ ਲਓ, ਦਹੀਂ ਖਾ ਲਓ, ਮੱਖਣ ਖਾ ਲਓ, ਲੇਕਿਨ ਉਹ ਮੇਰੇ ਵਾਂਗੂ ਮੋਟਾ ਕਰ ਦਿੰਦੇ ਆ। ਫਿਟਨੈਸ ਦੇ ਲਈ ਕੀ ਖਾਣਾ ਚਾਹੀਦਾ? ਤੁਹਾਡੀ ਖੁਰਾਕ ਕੀ ਹੈ? ਮੈਂ ਵੀ ਇਹੀ ਖਾਣਾ, ਲੇਕਿਨ ਮੈਂ ਫਿਟ ਹਾਂ।
ਨਹੀਂ ਮੈਨੂੰ ਖਾਣ ਪੀਣ 'ਚ ਨਹੀਂ, ਮੈਂ ਕਦੀ ਆਪਣੀ ਰੁਕਿਆ ਨਹੀਂ ਹੈ, ਬਲਕਿ ਅੱਜ ਕੱਲ੍ਹ ਤਾਂ ਇੰਨਾ ਲੋਕ ਹੋ ਗਏ ਹੈ ਕਿ ਆ ਨਾ ਖਾਓ ਉਹ ਨਾ ਖਾਓ। ਮੇਰੇ ਪੱਲੇ ਨਹੀਂ ਪੈਂਦਾ ਸੀ। ਜਦੋਂ ਉਸ ਉਮਰ ਦੇ ਸੀਗੇ ਤਾਂ ਇੰਨਾ ਖਾਂਦੇ ਸੀ, ਇੰਨਾ ਪੀਂਦੇ ਸੀ, ਲੱਸੀਆਂ ਤਾਂ ਇੱਦਾਂ ਹੀ ਪੀਂਦੇ ਹੀ ਰਹਿੰਦੇ ਸੀ, ਥਿਆ ਲੱਗਦੀ ਸੀ ਲੱਸੀ ਪੀ ਲਈ। ਹੁਣ ਕੀ ਖਾਂਦੇ ਹੋ? ਹੁਣ ਖੁਰਾਕ ਕੀ? ਹੁਣ ਵੀ ਮੇਰੀ ਖੁਰਾਕ ਉਹੀ ਹੈ, ਲੇਕਿਨ ਹੁਣ ਥੋੜੀ ਜਿਹੀ ਇੰਨੀ ਨਹੀਂ ਖਾਂਦੇ ਕਿਉਂਕਿ ਥੋੜਾ ਧਿਆਨ ਰੱਖਣਾ ਚਾਹੀਦਾ, ਬਿਕੋਜ਼ ਆਪਣਾ ਮੈਟਾਬੋਲਿਜ਼ਮ ਥੋੜਾ ਸਲੋ ਹੋ ਜਾਂਦਾ ਹੈ, ਤਾਂ ਉਸ ਹਿਸਾਬ ਨਾਲ ਥੋੜਾ ਸਰੀਰ ਦੱਸ ਹੀ ਦਿੰਦਾ ਕਿ ਪਰਾਂਠੇ ਮੱਖਣ ਖਾਂਦੇ ਹੋ? ਉਹ ਤਾਂ ਖਾਣਾ ਹੈ। ਰੋਜ਼ ਖਾਂਦੇ ਹੋ? ਉਹ ਖਾਣਾ ਹੈ। ਇਹ ਕਹਿਣ ਲਈ ਖਾ ਰਹੇ ਹੋ ਜਾਂ ਨਹੀਂ। ਬੰਬੇ ਜਾ ਕੇ ਜਿਵੇਂ ਦਲਜੀਤ ਹੋਰਾਂ ਨਾਲ ਮੈਂ ਸੁਣ ਰਿਹਾ ਸੀ ਇੰਟਰਵਿਊ, ਕਹਿੰਦੇ ਮੈਨੂੰ ਤਾਂ ਪੋਹਾ ਪਸੰਦ ਹੈ, ਪਰਾਂਠੇ ਕਹਿੰਦਾ ਪਰਾਂਠੇ ਵਾਲੀ ਗੱਲ ਨਹੀਂ ਹੈ। ਨਹੀਂ ਮੈਂ ਤਾਂ ਬਈ ਦੇਸੀ ਬੰਦਾ ਅਬ ਜੋ ਖਾਂਦਾ ਆ ਰਿਹਾ ਉਹੀ ਖਾ ਰਿਹਾ। ਮੈਨੂੰ ਐ ਨਹੀਂ ਕਿ ਪਸੰਦ ਨਹੀਂ, ਲੇਕਿਨ ਢਿੱਡ ਜਿਹਦੇ ਨਾਲ ਭਰਦਾ, ਜਿਹਦੇ ਨਾਲ ਇੱਕਦਮ ਰਾਜ ਜਾਂਦਾ ਬੰਦਾ, ਉਹ ਤਾਂ ਪਰੌਂਠਾ ਹੀ ਹੁੰਦਾ। ਕਹਿੰਦੇ ਫਾਰਮ ਤੋਂ ਜਿੱਥੇ ਧਰਮਿੰਦਰ ਭਾਜੀ ਦੀਆਂ ਬਹੁਤ ਸਾਰੀਆਂ ਵੀਡੀਓ ਵਾਇਰਲ ਹੋ ਰਹੀਆਂ ਹੁੰਦੀਆਂ, ਉੱਥੇ ਮੱਝਾਂ ਗਾਵਾਂ ਰੱਖੀਆਂ ਹੋਈਆਂ, ਉੱਥੇ ਹੀ ਆਰਗੈਨਿਕ ਖੇਤੀ ਹੁੰਦੀ ਹੈ। ਤੁਸੀਂ ਜਾਂਦੇ ਉੱਥੇ ਖੇਤਾਂ ਨੂੰ? ਤੁਹਾਡਾ ਇੰਟਰਸਟ ਹੈ ਮੈਂ ਖੇਤਾਂ 'ਚ? ਉੱਥੇ ਕਾਫੀ ਅਸੀਂ ਜਾਣੇ ਹੁੰਦੇ ਆ, ਸਾਰਾ ਪਰਿਵਾਰ ਜਾਂਦਾ ਹੁੰਦਾ, ਅੰਦਰ ਰਹਿੰਦਾ। ਪਾਪਾ ਕਾਫੀ ਉੱਥੇ ਦੇ ਵੀਡੀਓਜ਼ ਪਾਉਂਦੇ ਆ, ਤੇ ਕਿਉਂਕਿ ਬੰਬੇ ਦੇ ਨੇੜੇ ਆਹੀ ਜਗ੍ਹਾ ਸੀਗੀ ਜਿੱਥੇ ਅਸੀਂ ਇੰਨਾ ਬੜਾ ਫਾਰਮ ਲੈ ਕੇ ਬਣਾ ਸਕੀਏ। ਪੰਜਾਬ ਜੀ ਕਰਦਾ ਹੈ ਪੰਜਾਬ ਜਾਣੇ ਆ, ਬਹੁਤ ਦਫਾ ਜਾਣੇ ਆ, ਇਦਾਂ ਦੀ ਗੱਲ ਨਹੀਂ ਕਿ ਪੰਜਾਬ ਨਹੀਂ ਜੀ ਤਾਂ ਬਹੁਤ ਕਰਦਾ ਹੈ। ਮੈਂ ਜਿਵੇਂ ਕਹਿ ਰਿਹਾ ਸੀ ਉੱਥੇ ਵੀ ਕਿਹਾ ਮੈਂ ਕਿ 62 ਤੋਂ ਲੈ ਕੇ 80 ਤੱਕ ਤਾਂ ਮੈਂ ਪੰਜਾਬ ਹਰ ਸਾਲ 4-5 ਮਹੀਨੇ ਤੱਕ ਕੱਟਦਾ ਹੀ ਹੁੰਦਾ ਸੀ। ਤੇ ਅੱਜ ਕੱਲ੍ਹ ਮਨਾਲੀ ਦੀਆਂ ਵੀਡੀਓ ਬਹੁਤ ਆਉਂਦੀਆਂ ਤੁਹਾਡੀਆਂ, ਬਰਫ਼ ਦੇ ਵਿੱਚ ਬੈਠ ਕੇ। ਉਹ ਫਿਰ ਜਦ ਤਾਂ ਮੈਂ ਪਹਾੜਾਂ 'ਚ ਗਿਆ ਤਾਂ ਮੈਨੂੰ ਪਹਾੜ ਤੋਂ ਵਧੀਆ ਕੋਈ ਜਗ੍ਹਾ ਹੀ ਨਹੀਂ ਲੱਗਦੀ। ਮੈਂ ਦੇਖਿਆ ਛੁੱਟੀ ਤੁਸੀਂ ਮਨਾਲੀ ਪਹੁੰਚ ਜਾਂਦੇ ਹੋ। ਹਾਂ, ਉੱਥੇ ਜਦ ਵੀ ਮੈਨੂੰ ਹੁਣ ਵੀ ਨਾ ਮੇਰੀ ਪਿਕਚਰ ਲੱਗ ਜੂ, ਮੈਂ ਫਿਰ ਤੋਂ ਦੌੜ ਜੂ। ਹਾਂ, ਹੁਣ ਤੁਹਾਡੀ ਬਾਰਡਰ 2 ਵੀ ਆ ਰਹੀ ਹੈ ਦਲਜੀਤ ਹੋਰਾਂ ਨਾਲ। ਦਲਜੀਤ ਇਸ ਵੇਲੇ ਪੰਜਾਬੀ, ਜਿਵੇਂ ਧਰਮਿੰਦਰ ਭਾਜੀ ਹੋਰਾਂ ਨੇ ਨਾਮ ਰੋਸ਼ਨ ਕੀਤਾ, ਸੰਨੀ ਦਿਓਲ ਹੋਰਾਂ ਨੇ ਨਾਮ ਰੋਸ਼ਨ ਕੀਤਾ, ਅੱਜ ਦਲਜੀਤ ਗਲੋਬਲ ਬ੍ਰਾਂਡ ਬਣ ਗਿਆ। ਦਲਜੀਤ ਨਾਲ ਕਿਵੇਂ ਤੁਹਾਨੂੰ ਲੱਗਦਾ ਹੈ? ਦਲਜੀਤ ਦੇ ਗਾਣੇ ਪਸੰਦ ਹੈ? ਦਲਜੀਤ ਨਾਲ ਸ਼ੂਟਿੰਗ ਸ਼ੁਰੂ ਹੋ ਗਈ ਹੈ ਬਾਰਡਰ 2? ਨਹੀਂ, ਮੈਂ ਇੰਨਾ ਮੇਰਾ ਉਹਦੇ ਨਾਲ ਇੰਟਰੈਕਸ਼ਨ ਨਹੀਂ ਹੋਇਆ। ਸ਼ੁਰੂ 'ਚ ਹੋਇਆ ਸੀਗਾ ਜਦ ਇੱਕ ਦੋ ਫੰਕਸ਼ਨਾਂ ਤੇ, ਪਰ ਇੰਨਾ ਜ਼ਿਆਦਾ ਕਦੀ ਮੁਲਾਕਾਤ ਨਹੀਂ ਹੋਈ। ਹੁਣ ਓਬਵੀਅਸਲੀ ਹੁਣ ਆਪਾਂ ਜਿਹੜੀ ਪਿਕਚਰ ਕਰ ਰਹੇ ਹਾਂ ਆਪਣੀ ਬਾਰਡਰ, ਉਹਦੇ 'ਚ ਅਸੀਂ ਸ਼ੂਟ ਕਰਾਂਗੇ ਤਾਂ ਹੋਵਾਂਗੇ, ਲੇਕਿਨ ਰਿਸਪੈਕਟ ਈਚ ਅਦਰ, ਹੈਲ ਆਫ ਅ ਲੋਟ। ਅੱਛਾ ਬੰਦਾ ਹੈ, ਬਹੁਤ ਹੀ ਬਿੱਬਾ ਹੈ। ਤੁਸੀਂ ਜਾਟ ਲੈ ਕੇ ਆ ਰਹੇ ਹੋ, ਜੱਟ ਤੇ ਜਾਟ 'ਚ ਫਰਕ ਕੀ ਹੈ? ਦੋਨੋਂ ਇੱਕ ਹੀ ਹੈ। ਮੈਂ ਦੱਸਿਆ ਜਾਵੇ ਤਾਂ ਗੱਲ ਤਾਂ ਹਰ ਜਿਹੜੇ ਇਮੋਸ਼ਨ ਜੱਟ ਦੇ ਵਿੱਚ ਹੁੰਦੇ ਉਹੀ ਜਾਟ ਦੇ ਵਿੱਚ ਹੁੰਦੇ ਆ। ਸਿਰਫ ਜੱਟ ਹੋ ਗਿਆ, ਹੋਰ ਤਾਂ ਕੁਝ ਨਹੀਂ। ਤੇ ਬਾਕੀ ਹਰ ਬੰਦਾ ਹੀ ਕਹਿੰਦਾ ਮੈਂ ਜੱਟ ਹਾਂ। ਅੱਜ ਫੈਸ਼ਨ ਵੀ ਹੋ ਜਾਂਦਾ ਲੋਕਾਂ ਦਾ, ਪਰ ਜਿਹੜੀ ਆਪਾਂ ਜੱਟ ਜੋ ਆਪਾਂ ਹੈਗੇ ਉਹਦੇ 'ਚ ਆਪਾਂ ਕਦੀ ਇਹਨਾਂ ਉਹ ਨਹੀਂ ਕਰਦੇ ਮੈਂ ਆਇਆ ਮੈਂ ਕੋਈ ਕਰਨ ਦੀ ਕੋਈ ਜ਼ਰੂਰਤ ਨਹੀਂ ਹੁੰਦੀ। ਆ ਤਾਂ ਹੁਣ ਅਸੀਂ ਸਿਨੇਮਾ ਕਰ ਰਹੇ ਹਾਂ ਤੇ ਕਹਾਣੀ ਕੁਛ ਇਦਾਂ ਦੀ ਸੀ, ਉਹਦੇ ਲਈ ਟਾਈਟਲ ਤਕੜਾ ਚਾਹੀਦਾ ਸੀ, ਤਾਂ ਮੈਂ ਕਿਹਾ ਜਾਟ ਰੱਖਦੇ ਹਾਂ ਤਾਂ ਬਹੁਤ ਹੀ ਸੋਲਿਡ ਤਕੜਾ, ਕੋਈ ਤਾਕਤ ਹੁੰਦੀ ਹੈ ਤਾਂ ਜਾਟ ਹੀ ਹੁੰਦਾ, ਜੱਟ ਹੀ ਹੁੰਦਾ। ਤੁਹਾਡਾ ਸੱਚੀ 2.5 ਕਿਲੋ ਦਾ ਹੱਥ ਹੈ ਜਾਂ ਕੀ ਹੈ? ਕਦੀ ਕਈ ਥਾਵਾਂ ਤੇ ਚਰਚਾ ਬੜੀ ਹੁੰਦੀ, ਕਈ ਵਾਰ ਹੱਥ ਕਿੰਨਾ ਵਜਨ ਕੀਤਾ ਤੁਸੀਂ? ਏਦਾਂ ਥੋੜੀ ਨਾ ਕੋਈ ਵਜਨ ਕਰ ਲੈਂਦਾ ਹੈ, ਇਹ ਤਾਂ ਗੱਲਾਂ ਬਣ ਜਾਂਦੀਆਂ। ਤੇ ਮੈਂ ਹਮੇਸ਼ਾ ਕਹਿੰਦਾ ਤਾਕਤ ਦਾ ਇਨਸਾਨ ਦੀ ਬੋਡੀ ਬਿਲਡਿੰਗ ਨਾਲ ਨਹੀਂ ਹੁੰਦੀ, ਤਾਕਤ ਦਾ ਇਨਸਾਨ ਦੀ ਸੱਚਾਈ 'ਚ ਹੁੰਦੀ ਹੈ। ਜਦ ਬੰਦਾ ਸੱਚਾ ਹੁੰਦਾ ਤਾਂ ਸਾਹਮਣੇ ਚਾਹੇ ਕੋਈ 7 ਫੁੱਟਰ ਹੋਵੇ 20 ਫੁੱਟਰ ਹੋਵੇ, ਉਹਨੂੰ ਵੀ ਢਾ ਦੂਗਾ, ਕਿਉਂਕਿ ਉਹਦੀ ਸੱਚਾਈ ਦੀ ਤਾਕਤ ਹੈ। ਸੱਚਾਈ ਦੀ ਤਾਕਤ ਅੱਗੇ ਕੁਝ ਨਹੀਂ ਖੜਦਾ। ਸਿੱਖੀ ਨੂੰ ਲੈ ਕੇ, ਕਿਉਂਕਿ ਤੁਸੀਂ ਤਾਰਾ ਸਿੰਘ ਬਣੇ, ਤੁਸੀਂ ਬਾਰਡਰ ਫਿਲਮ ਦੇ ਵਿੱਚ ਵੀ ਸਿੱਖੀ ਦਾ ਰੋਲ, ਟਰਬਨ ਦਾ ਨਾਮ ਤੁਸੀਂ ਦੁਨੀਆ ਭਰ ਦੇ ਵਿੱਚ, ਜਿਵੇਂ ਤੁਹਾਡੇ ਕਰਕੇ, ਤੁਹਾਡੀਆਂ ਫਿਲਮਾਂ ਕਰਕੇ, ਤਾਰਾ ਸਿੰਘ, ਬਹੁਤ ਸਾਰੇ ਪਪੂਲਰ ਉਹ ਕਿਰਦਾਰ ਹੁੰਦੇ ਆ। ਤੁਹਾਡੇ ਲਈ ਸਿੱਖੀ, ਟਰਬਨ, ਦਸਤਾਰ, ਉਹਦੇ ਮਾਇਨੇ ਕੀ ਹੈ? ਮੇਰੇ ਲਈ ਮਾਇਨੇ ਬਸ ਇੱਕ ਹੀ ਹੈ ਹਰ ਚੀਜ਼ ਦਾ, ਕਿ ਆਪਾਂ ਇਨਸਾਨ ਹੈ, ਇਨਸਾਨੀਅਤ ਹੈ। ਤੇ ਮੇਰੇ ਹਿਸਾਬ ਨਾਲ ਇਨਸਾਨੀਅਤ ਤੋਂ ਵੱਧ ਕੇ ਕੋਈ ਚੀਜ਼ ਨਹੀਂ ਹੈ। ਉਹਨੂੰ ਫਿਰ ਆਪਾਂ ਕਿੰਨੇ ਬੰਦੇ ਇਹਨਾਂ ਨੂੰ ਪੁੱਠਾ ਲੈ ਜਾਂਦੇ, ਉਹ ਲੈਣਾ ਨਹੀਂ ਚਾਹੀਦਾ। ਕੋਈ ਕਿੱਥੇ ਕਹਿੰਦਾ ਨਹੀਂ ਕਿ ਨਾਲੇ ਕੋਈ ਇਦਾਂ ਦਾ ਕੋਈ ਆਪਣਾ ਰਿਲੀਜਨ ਛੱਡੋ, ਜਿੱਥੇ ਵੀ ਜਾਂਦੇ ਕੋਈ ਇਦਾਂ ਦੀ ਕੋਈ ਹੈ ਨਹੀਂ ਜਿੱਥੇ ਕਹਿੰਦਾ ਕਿ ਤੁਸੀਂ ਉਹਨੂੰ ਇੰਨਾ ਕੱਟਰ ਹੋਣਾ, ਬਹੁਤ ਕੱਟਰ ਨਹੀਂ ਹੋਣਾ ਚਾਹੀਦਾ, ਕਿਸੇ ਵੀ ਧਰਮ ਚ ਕੱਟਰ ਨਹੀਂ ਹੋਣਾ ਚਾਹੀਦਾ। ਕਿਉਂਕਿ ਜਿਨ੍ਹਾਂ ਨੇ ਵੀ ਲਿਖੀਆਂ ਆਪਣੀਆਂ ਹਿਸਟਰੀ 'ਚ ਜਿਹੜੀਆਂ ਵੀ ਆਪਣੀਆਂ ਹੈਗੀਆਂ, ਜਿਹਨੇ ਵੀ ਆਪਣੇ ਰੱਬ ਰਹੇ ਆ, ਜੋ ਵੀ ਸਾਰਾ ਕੁਝ ਹੋਇਆ, ਉਹਨਾਂ ਨੇ ਹਮੇਸ਼ਾ ਹੀ ਕਿਹਾ ਕਿ ਇਹ ਤਾਂ
ਜ਼ਿੰਦਗੀ ਦਾ ਜੀਣ ਦਾ ਇੱਕ ਤਰੀਕਾ ਹੈ, ਇਹਨੂੰ ਅੱਗੇ ਲੈ ਕੇ ਚੱਲੋ। ਨਾਲੇ ਤਰੀਕਾ ਆਪਾਂ ਪਹਿਲਾਂ ਤਾਂ ਆਪਣੇ ਮਾਪੇ ਤੋਂ ਹੀ ਸਮਝਦੇ ਹਾਂ ਤੇ ਬਜ਼ੁਰਗਾਂ ਤੋਂ ਸਮਝਦੇ ਹਾਂ, ਨਾਲੇ ਉਹਨਾਂ ਤੋਂ ਜੋ ਵੀ ਆਪਾਂ ਨੂੰ ਸਿੱਖਿਆ ਮਿਲਦੀ ਇਹੀ ਹੁੰਦੀ ਹੈ ਕਿ ਇਨਸਾਨ ਵਧੀਆ ਰਹੋ, ਕਦੀ ਕਿਤੇ ਬੁਰਾ ਨਾ ਕਰੋ, ਕਦੀ ਕਿਤੇ ਤੁਸੀਂ ਜੇ ਕੋਈ ਬੁਰਾ ਕਰੇ ਤਾਂ ਉਹਨੂੰ ਉਸੇ ਵੇਲੇ ਦੱਸ ਵੀ ਦਿਓ ਤੁਸੀਂ ਗਲਤ ਹੋ। ਡਰੋ ਨਾ, ਨਾਲੇ ਕਿਹਨੂੰ ਡਰਾਓ ਨਾ, ਤੇ ਜਿੱਥੇ ਵੀ ਹੋ ਸਕੇ ਕਿਹਦੀ ਮਦਦ ਕਰ ਸਕਦੇ ਹੋ ਸੋਚੋ ਨਾ। ਡਰ ਲੱਗਦਾ ਕਿਸੇ ਚੀਜ਼ ਦਾ? ਨਾ ਡਰਦਾ ਕਿਸੇ ਚੀਜ਼ ਤੋਂ, ਕਿਸੇ ਚੀਜ਼ ਦਾ ਡਰ ਨਹੀਂ ਲੱਗਦਾ? ਕਿਸੇ ਚੀਜ਼ ਦਾ ਡਰ ਨਹੀਂ ਲੱਗਦਾ। ਡਰਾਂ ਤਦ ਜਦ ਮੈਂ ਕੁਛ ਮੈਨੂੰ ਪਤਾ ਚੱਲੇ ਮੈਂ ਕੁਝ ਗਲਤ ਕੀਤਾ ਹੋਇਆ, ਮੇਰੇ 'ਚ ਕੋਈ ਖਾਮੀਆਂ ਹੋਣ। ਇੱਦਾਂ ਡਰਨ ਦਾ ਕੀ ਹੈ? ਨਾਲੇ ਕੋਈ ਡਰਾਊਗਾ ਵੀ ਕਿਉਂ? ਕੋਈ ਡਰਾਊਗਾ ਤਾਂ ਅਸੀਂ ਡਰਨਾ ਨਹੀਂ, ਤੇ ਡਰਾਉਣ ਦੀ ਗੱਲ ਹੀ ਨਹੀਂ ਹੈ। ਪੰਜਾਬੀ ਫਿਲਮਾਂ ਦੇਖਦੇ ਹੋ? ਪੰਜਾਬੀ ਗਾਣੇ ਸੁਣਦੇ ਹੋ? ਮੈਂ ਬਹੁਤ ਘੱਟ ਸੁਣੇ ਆ ਫਿਲਮਾਂ, ਤਾਂ ਨਹੀਂ ਮੈਂ ਨਹੀਂ ਦੇਖੀਆਂ। ਮੈਂ ਆਪਣੀ ਹਿੰਦੀ ਫਿਲਮਾਂ ਵੀ ਨਹੀਂ ਦੇਖਦਾ, ਨਾ ਕੋਈ ਹੋਰ ਫਿਲਮਾਂ ਨੇ। ਮੈਂ ਹੈਗਾ ਸਿਨੇਮਾ 'ਚ ਹੀ ਹਾਂ, ਮੈਂ ਐਕਟਰ ਹਾਂ, ਲੇਕਿਨ ਮੈਂ ਇੰਨਾ ਜ਼ਿਆਦਾ ਸਿਨੇਮਾ ਨਹੀਂ ਦੇਖਦਾ। ਕਿਉਂ ਨਹੀਂ ਦੇਖਦਾ? ਉਹ ਤਾਂ ਮੇਰੇ ਕੋਲ ਕੋਈ ਕਾਰਨ ਨਹੀਂ, ਕਿਉਂਕਿ ਮੈਂ ਕੰਮ ਇੰਨਾ ਕਰਦਾ ਤੇ ਉਹ ਤੋਂ ਬਾਅਦ ਫਿਰ ਮੈਂ ਚਾਹੁੰਦਾ ਕਿ ਮੈਂ ਜ਼ਰਾ ਆਪਣਾ ਨੇਚਰ 'ਚ ਰਵਾਂ। ਜਿਵੇਂ ਕਹਿੰਦੇ ਨਾ, ਮਨਾਲੀ ਚਲਾ ਗਿਆ, ਮੈਨੂੰ ਡਰਾਈਵਿੰਗ ਦਾ ਸ਼ੌਕ ਹੈ, ਮਿਊਜ਼ਿਕ ਸੁਣਨ ਦਾ ਸ਼ੌਕ ਹੈ। ਪੰਜਾਬੀ ਕਿਹੜੇ ਗੀਤ ਪੰਜਾਬੀ 'ਚ ਮੈਨੂੰ ਆਪਣਾ ਸਰਤਾਜ ਦੇ ਗਾਣੇ ਬੜੇ ਪਸੰਦ ਹੈ। ਸਰਤਾਜ ਦਾ ਕਿਹੜਾ ਗੀਤ ਪਸੰਦ ਹੈ? ਅੱਧੀ ਕਿੱਕ ਤੇ ਸਟਾਰਟ ਹੋ ਗਿਆ ਯਾਮਾ ਹੋਰ ਕੀ ਭਾਲਦੀ? ਨਹੀਂ, ਉਹਨਾਂ ਦੇ ਢੇਰ ਸਾਰੇ। ਮੈਨੂੰ ਇਦਾਂ ਤੁਸੀਂ ਨਾ ਪੁੱਛੋਗੇ ਤਾਂ ਮੈਂ ਨਹੀਂ ਦੱਸ ਸਕਦਾ, ਲੇਕਿਨ ਮੇਰੇ ਫੋਨ ਕੋਲ ਵਿੱਚ ਮੇਰੀ ਜਿਹੜੀ ਪਲੇਲਿਸਟ ਹੈਗੀ ਉਹ ਕੁਝ 25-30 ਗਾਣਿਆਂ ਦੀ ਹੈ। ਸਰਤਾਜ ਫੇਵਰੇਟ? ਹਾਂਜੀ ਹਾਂਜੀ। ਉਹਨਾਂ ਨੇ ਜਦ ਮੈਂ ਸੁਣਨਾ ਸ਼ੁਰੂ ਕੀਤਾ ਨਾ, ਸੁਣਦੇ ਸੁਣਦੇ ਉਹ ਇਦਾਂ ਹੀ ਦਿਮਾਗ 'ਚ ਚੜਨਾ ਸ਼ੁਰੂ ਹੋ ਜਾਂਦਾ ਨਾ, ਉਹ ਹੌਲੀ ਹੌਲੀ ਵਿੱਚ ਵੜ ਜਾਂਦਾ। ਫਿਰ ਬੰਦਾ ਕਿੱਥੇ ਬੈਠਾ ਵੀ ਹੋਵੇ, ਕੁਝ ਵੀ ਕਰ ਰਿਹਾ, ਪਿੱਛੇ ਮਿਊਜ਼ਿਕ ਚੱਲਦਾ ਹੋਵੇ ਤਾਂ ਇੱਕ ਸ਼ਾਂਤੀ ਮਿਲਦੀ ਹੈ। ਸਮਾਂ ਥੋੜਾ ਇੱਕ ਅੱਧਾ ਸਵਾਲ ਹੋਰ ਲਊਂਗਾ। ਕਹਿੰਦੇ ਜਿਹਨੇ ਲਾਹੌਰ ਨਹੀਂ ਵੇਖਿਆ ਉਹ ਜੰਮਿਆ ਨਹੀਂ ਹੈ। ਲਾਹੌਰ ਆ ਰਹੀ ਆਮਿਰ ਖਾਨ ਦੇ ਨਾਲ, ਲਾਹੌਰ ਗਏ ਹੋ, ਔਰ ਇਹ ਐਕਸ਼ਨ ਮੂਵੀ ਹੋਏਗੀ ਜਾਂ ਲਾਹੌਰ ਦੇ ਕਿਰਦਾਰ ਬਾਰੇ ਹੋਏਗੀ? ਇੱਕ ਪਲੇ ਸੀਗਾ ਨਾ, ਜੋ ਪਲੇ ਸੀਗਾ ਅਸੀਂ ਉਹ ਪਲੇ ਨੂੰ ਬਣਾ ਰਹੇ ਹਾਂ। ਬਹੁਤ ਹੀ ਫੇਮਸ ਪਲੇ ਹੈ, ਜਿਨ੍ਹਾਂ ਨੇ ਦੇਖਿਆ ਉਹਨਾਂ ਨੂੰ ਪਤਾ ਕੀ ਹੈਗਾ। ਤੇ ਉਹ ਬਣਾਉਣ ਦੀ ਅਸੀਂ ਬਹੁਤ ਕੋਸ਼ਿਸ਼ ਕਰ ਰਹੇ ਸੀ, ਰਾਜ ਤੇ ਮੈਂ ਸੀ, ਕਈ ਸਾਲਾਂ ਤੋਂ ਲੱਗੇ ਹੋਏ ਸੀ, ਬਣ ਨਹੀਂ ਪਾ ਰਹੀ ਸੀ ਕਿਉਂਕਿ ਉਸ ਵੇਲੇ ਮਹੀਨਾ ਚੱਲ ਰਹੀ ਨਹੀਂ ਸੀ ਤੇ ਬਜਟ ਨਹੀਂ, ਉਹਦਾ ਮੈਚ ਨਹੀਂ ਹੋ ਪਾ ਰਿਹਾ ਸੀ। ਤੇ ਗਦਰ ਤੋਂ ਬਾਅਦ ਫਿਰ ਲਾਹੌਰ ਗਏ ਤੁਸੀਂ ਕਦੀ? ਨਹੀਂ, ਕਿੱਥੇ ਗਿਆ? ਜੀ ਕਰਦਾ ਮੈਂ, ਕਿਉਂਕਿ ਧਰਮਿੰਦਰ ਭਾਈ ਦਾ ਤਾਂ ਬਹੁਤ ਜੀ ਕਰਦਾ ਕਿ ਲਾਹੌਰ ਦੇਖਿਆ ਜੀ ਤਾਂ ਸਾਰੀ ਤਰਫ ਜਾਣ ਨੂੰ ਕਰਦਾ, ਲੇਕਿਨ ਮੈਂ ਅਕਸਰ ਉੱਥੇ ਹੀ ਜਾਣਾ ਜਿੱਥੇ ਜਾ ਸਕੀਏ, ਜਿੱਥੇ ਨਹੀਂ ਜਾ ਸਕਦੇ ਤਾਂ ਉੱਥੇ ਦੀ ਗੱਲ ਹੀ ਨਹੀਂ। ਪਰ ਉਹ ਪੂਰਾ ਸਾਰਾ ਪੰਜਾਬ ਹੀ ਸੀ, ਸਾਰਾ ਇੰਡੀਆ ਹੀ ਸੀ, ਤਾਂ ਉਹ ਹੁਣ ਮੈਂ ਪੋਲੀਟਿਕਸ से बस जाना नहीं चाहता क्योंकि ਆਪਾਂ ਐਕਟਰ ਹੈ, ਹਰ ਬੰਦਾ ਪਿਆਰ ਕਰਦਾ ਸੀ ਐਕਟਰ ਉਹਦਾ। ਕਿਉਂਕਿ ਪੰਜਾਬੀ 'ਚ ਗੱਲਬਾਤ ਹੋ ਰਹੀ ਹੈ, ਮੈਂ ਚਾਹੁੰਦਾ ਕਿ ਜਿਹੜੇ ਤੁਹਾਡੇ 2-3 ਸਭ ਤੋਂ ਜ਼ਬਰਦਸਤ ਡਾਇਲੋਗ ਨੇ ਉਹ ਪੰਜਾਬੀ 'ਚ ਹੋ ਜਾਣ। ਇੱਕ ਤਾਂ ਡਾਇਲੋਗ ਹੈ ਅਸ਼ਰਫ ਅਲੀ, ਉਹ ਪੰਜਾਬੀ 'ਚ ਅਗਰ ਕਿਰਦਾਰ ਤੁਸੀਂ ਕਰਦੇ ਹੁੰਦੇ ਤਾਂ ਕਿਵੇਂ ਕਰਦੇ? ਅਸ਼ਰਫ ਅਲੀ ਦਾ ਤਾਂ ਮੈਨੂੰ ਪਤਾ ਨਹੀਂ। ਹਿੰਦੁਸਤਾਨ ਜ਼ਿੰਦਾਬਾਦ ਸੀ, ਜ਼ਿੰਦਾਬਾਦ। ਉਹ ਤਾਂ ਇਦਾਂ ਹੀ ਰਹੂਗਾ ਨਾ ਜਿਵੇਂ ਕਿਹਾ ਹੈ। ਪੰਜਾਬੀ ਜੇ ਤੁਸੀਂ ਕੋਈ ਵੀ ਜੇ ਤੁਸੀਂ ਪੰਜਾਬੀ 'ਚ ਕੋਈ ਵੀ ਡਾਇਲੋਗ ਆਪਣਾ ਤਾਰੀਖ ਤੇ ਤਾਰੀਖ ਸੁਣਾ ਦਿਓ, ਕਸ਼ਮੀਰ ਮੰਗੋਗੇ ਤਾਂ ਖੀਰ ਦਵਾਂਗੇ, ਕੋਈ ਵੀ ਪੰਜਾਬੀ ਜੇ ਤੁਸੀਂ ਡਾਇਲੋਗ ਸੁਣਾਓ ਤਾਂ। ਆ 2.5 ਕਿਲੋ ਦਾ ਹੱਥ ਜਦ ਉੱਠਦਾ ਹੈ ਨਾ ਤਾਂ ਬੰਦਾ ਉੱਠਦਾ ਨਹੀਂ, ਉੱਠ ਜਾਂਦਾ ਹੈ। ਕੀ ਬਾਤ ਹੈ। ਔਰ ਚੱਡਾ? ਚੱਡਾ ਨੂੰ ਮੈਂ ਕੀ ਕਹਾਂ, ਵਿਚਾਰੇ ਬਹੁਤ ਅੱਛੇ, ਮਨੀਸ਼ ਜੀ ਬਹੁਤ ਹੀ ਪਿਆਰੇ ਬੰਦੇ ਸੀ। ਉਹ ਸਾਡੀ ਪਿਕਚਰਸ ਤੇ ਸਾਡੇ ਡਾਇਲੌਗਸ ਵਗੈਰਾ ਹੋ ਜਾਂਦੇ, ਲੇਕਿਨ ਬਹੁਤ ਹੀ। ਚੱਡਾ ਨੂੰ ਫਿਰ ਤਾਰੀਖ ਤੇ ਸੁਣਾ ਦਿਓ। ਉਹਨੂੰ ਪੰਜਾਬੀ ਉਹ ਤਾਂ ਉਦਾਂ ਹੀ ਅੱਛਾ ਲੱਗਦਾ। तारीख पर तारीख, तारीख पर तारीख, तारीख पर तारीख, तारीख पर तारीख मिलती रही है मिलाद, लेकिन इंसाफ नहीं मिला। लेकिन इस 10 तारीख को जाट लगेगी, जाके देखिएगा। ਚਲੋ, ਬਹੁਤ ਬਹੁਤ ਧੰਨਵਾਦ ਨਿਊਜ਼ 18 ਨੂੰ ਤੁਸੀਂ ਸਮਾਂ ਦਿੱਤਾ। ਤਾਂ ਜੱਟ ਜਿਹੜੇ ਨੇ ਉਹ ਜਾਟ ਲੈ ਕੇ ਆ ਰਹੇ ਨੇ। ਤੁਹਾਨੂੰ ਫਿਲਮ ਕਿਵੇਂ ਦੀ ਲੱਗੀ ਜ਼ਰੂਰ ਦੱਸਿਓ। ਨਿਊਜ਼ 18 ਤੇ ਖਬਰਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ।